ਸੀਗਾ, ठीक है जी। सेंट्रीफ्यूगल फोर्स मेरी FC आ गई ਤੇ ਇਹਨਾਂ ਦੋਨਾਂ ਦੀ ਰਿਜ਼ਲਟੈਂਟ ਫੋਰਸ mg ਡੈਸ਼ ਸੀਗੀ ਔਰ ਇਹਦੇ ਲਈ ਇੱਥੇ ਐਂਗਲ ਆਪਾਂ ਡਿਫਾਈਨ ਕੀਤਾ ਸੀ 180 ਮਾਈਨਸ ਲੈਮਡਾ। ਮੁੜ ਕੇ ਫਾਰਮੂਲਾ ਲਗਾਇਆ ਸੀ ਆਪਾਂ ਰਿਜ਼ਲਟੈਂਟ ਵਾਸਤੇ mg ਡੈਸ਼ ਇਕੁਅਲ ਟੂ रूट ऑफ mg स्क्वायर प्लस FC। FC ਆਪਾਂ ਕਿਹਾ ਸੀ सेंट्रीफ्यूगल फोर्स है तो सेंट्रीफ्यूगल फोर्स की वैल्यू सेंट्रीपिटल फोर्स के बराबर है, ठीक है। एम आर ओमेगा स्क्वायर दा स्क्वायर प्लस सेगा 2mg इनटू एम आर ओमेगा स्क्वायर इनटू cos ऑफ 180 माइनस लैम्डा। इथे ਆਪਾਂ पे डिफाइन एक ਤੇ ਆ ਕਰ ਲਿਆ ਸੀਗਾ ਕਿ ਇੱਥੇ cos 180 माइनस लैम्डा ਨੂੰ माइनस cos लैम्डा एक m ਸਾਰਿਆਂ ਚੋਂ ਕਾਮਨ ਆ ਕੇ ਕੈਨਸਲ ਹੋ ਜਾਣਾ। ਅਲਟੀमेट अपना फार्मूला ਬਣਿਆ ਸੀਗਾ g डैश इक्वल टू रूट ऑफ g स्क्वायर प्लस आर ओमेगा स्क्वायर होल स्क्वायर माइनस 2g आर ओमेगा स्क्वायर इनटू cos ऑफ लैम्डा। क्लियर है ना? Yes, sir. Yes, sir. Yes, sir. ਅਸੀਂ ਕਿ ਆਪਾਂ ਇੱਕ ਟ੍ਰਾਇੰਗਲ ਕੰਸੀਡਰ ਕੀਤੀ ਸੀਗੀ। ਇਹ ਟ੍ਰਾਇੰਗਲ ONP ਆਪਾਂ ਡਿਫਾਈਨ ਹੈ ਕੀਤਾ ਸੀਗਾ ਕਿ ਅਰਥ ਦਾ ਰੇਡੀਅਸ ਜਿਹੜਾ ਉਹਦੀ ਫਾਰਮ ਚ ਸੀ ਸਮਾਲ r ਦੀ ਵੈਲਿਊ ਦੇਣੀ ਸੀ। ਉਹਦੇ ਲਈ ਅਸੀਂ ਐਂਗਲ ਦੇ ਸਾਹਮਣੇ ਪਰਪੈਂਡੀਕੂਲਰ ਆ ਤੇ ਸਮਾਲ r ਤੇ ਕੈਪੀਟਲ R ਬੇਸ ਤੇ ਹਾਈਪੋਟੇਨਸ ਨਾਲ ਲਿੰਕ ਸੀਗੀ ਤੇ ਆਪਣੀ ਵੈਲਿਊ ਆਈ ਸੀਗੀ r/r ਇਕੁਅਲ ਟੂ cos लैम्डा। जल्दी चल ज्वाइन कर मैं करना क्लास ज्वाइन कर जल्दी। सो r ਦੀ ਵੈਲਿਊ ਆਪਣੇ ਕੋਲ r cos लैम्डा ਉਹ ਇੱਥੇ ਸਬਸਟੀਟਿਊਟ ਕੀਤੀ ਸੀਗੀ ਤੇ ਆਪਣਾ ਫਾਰਮੂਲਾ ਇਸ ਤੋਂ ਬਾਅਦ ਡਿਵੈਲਪ ਹੋਇਆ ਸੀ g ਡੈਸ਼ ਇਕੁਅਲ ਟੂ g ਸਕੁਅਰ प्लस इथे वैल्यू पुट अप कर ला तो अपने को आया सी r cos लैम्डा इनटू ओमेगा स्क्वायर दा होल स्क्वायर माइनस 2g इनटू r cos लैम्डा इनटू ओमेगा स्क्वायर इनटू cos लैम्डा। ठीक है बेटा, इनु सिंपलीफाई कर दियो ते g डैश का फार्मूला अपना बनया सीगा, ठीक है जी, g स्क्वायर प्लस r ओमेगा स्क्वायर cos लैम्डा दा होल स्क्वायर माइनस आया सी 2 इनटू इथों आ जाना अपने को r ओमेगा स्क्वायर इनटू g इनटू cos स्क्वायर लैम्डा। क्या आ स्टेप क्लियर है सारे? Yes, Yes, sir. sir. इस तो Yes, बाद नेक्स्ट स्टेप ਦੇ ਅੰਦਰ ਇਹ ਕਿਹਾ ਸੀਗਾ ਕਿ ਇਥੋਂ g ਨੂੰ ਬਾਹਰ ਕੱਢਣ ਵਾਸਤੇ g ਨਾਲ ਮਲਟੀਪਲਾਈ ਤੇ g ਨਾਲ ਡਿਵਾਈਡ ਔਰ ਜਿਹੜੇ g ਨਾਲ ਡਿਵਾਈਡ ਕਰਾਂਗਾ ਉਹਨੂੰ ਰੂਟ ਦੇ ਅੰਦਰ ਲੈ ਚਲੋ ਉਹ g ਸਕੁਅਰ ਬਣ ਕੇ ਜਾਏਗਾ। क्लियर है गल जो बोल रहे हैं? Yes, sir. Yes, sir. therefore next step जब आ डेवलप किया सी g डैश इक्वल टू g इनटू, ठीक है जी, चलो इस पे ना इथे आना ओवर g स्क्वायर यानी g स्क्वायर बाय g स्क्वायर 1 बन जू। ठीक है जी, ਇਹਦੇ ओवर g स्क्वायर ਜਿਹੜਾ ਆਣਾ ਉਹਦਾ ਸਕੁਅਰ ਤੇ ਇਹਦਾ ਸਕੁਅਰ ਕਾਮਨ ਕਰਕੇ ਸਟੈਪ ਆਪਣਾ ਬਣਿਆ ਸੀ r ओमेगा स्क्वायर cos लैम्डा ओवर g ਸਾਰੇ ਦਾ ਹੋਲ ਸਕੁਅਰ। ਇਹਦੇ नीचे g स्क्वायर लगाऊंगा तो एक g कैंसिल करके टर्म बन जानी -2r ओमेगा स्क्वायर बाय g इनटू cos स्क्वायर लैम्डा। ठीक है, और सारे दी पावर 1/2। क्या स्टेप क्लियर? Yes, sir. Yes, sir. Yes, sir. नेक्स्ट स्टेप च ਆਪਾਂ ਫਿਰ ਇਹਦੇ ਵਿੱਚ ਡਿਫਾਈਨ ਕੀਤਾ ਸੀ ਇਫ ਵੀ ਕੈਲਕੂਲੇਟ ਦਾ ਵੈਲਿਊ ਆਫ r ओमेगा स्क्वायर बाय g। ਆਪਾਂ ਕਹਿੰਦੇ ਪੁੱਤ ਅਰਥ ਦਾ ਰੇਡੀਅਸ, ਠੀਕ ਹੈ ਜੀ, ਐਂਗੂਲਰ ਵੈਲੋਸਿਟੀ ਜਿਹੜੀ 2 ਪਾਈ ਬਾਈ t ਤੋਂ ਬਣਦੀ, ਟਾਈਮ ਪੀਰੀਅਡ ਅਰਥ ਦਾ ਆਪਣੇ ਐਕਸਿਸ ਤੇ 1 ਡੇ ਯਾਨੀ 24 ਆਵਰਸ ਲੈ ਕੇ g ਦੀ ਵੈਲਿਊ ਪੁੱਟ ਅਪ ਕਰਕੇ ਸਾਰੀ ਕੈਲਕੂਲੇਸ਼ਨ ਦਾ ਰਿਜ਼ਲਟ ਅਲਟੀਮੇਟਲੀ ਸਾਡਾ 1/289। ਉੱਥੋਂ ਫਿਰ ਡਿਫਾਈਨ ਹੈ ਕੀਤਾ ਸੀ ਇੱਥੇ ਟਰਮ ਜਿਹੜੀ ਆ ਉਹ ਭਈ r ओमेगा स्क्वायर बाय g और इथे टर्म r ओमेगा स्क्वायर बाय g ਦਾ ਹੋਲ ਸਕੁਅਰ ਆ। ठीक है, तो जे r ओमेगा स्क्वायर बाय g ਦੀ ਵੈਲਿਊ ਬਹੁਤ ਸਮਾਲਰ ਆ ਤੇ ਜਦੋਂ ਇਹਦਾ ਸਕੁਅਰ ਕਰਾਂਗਾ ਇਹਦਾ ਸਕੁਅਰ ਹੋਰ ਬਹੁਤ ਸਮਾਲ ਹੋ ਜਾਏਗਾ। ਇਸ ਲਈ ਆਪਾਂ ਵਰਡ ਇਹ ਦਿੱਤੇ ਸੀਗੇ ਕਿ ਜੇ r ओमेगा स्क्वायर बाय g ਦੀ ਵੈਲਿਊ ਸਮਾਲਰ ਆ ਤੇ ਇਹਦੀ ਹਾਇਰ ਪਾਵਰ ਨੂੰ ਅਸੀਂ ਨੈਗਲੈਕਟ ਕਰ ਸਕਦੇ ਆ। ਯਾਨੀ ਆ ਵਾਲਾ ਜਿਹੜੀ ਟਰਮ ਹੋਏਗੀ ਇਸ ਟਰਮ ਨੇ ਨੈਗਲੈਕਟ ਹੋ ਜਾਣਾ ਤੇ ਆਪਣਾ ਜਿਹੜਾ ਰਿਲੇਸ਼ਨ ਹੋਏਗਾ ਉਹ ਸਿੰਪਲੀਫਾਈ ਕਰਕੇ ਆਪਣੇ ਕੋਲ ਆ ਗਿਆ ਸੀ g dash equal to g into 1 minus 2r omega square by g into cos square lambda power 1/2। क्या स्टेप क्लियर?
Yes, sir. Yes, sir. ਨੈਕਸਟ ਸਟੈਪ ਦੇ ਅੰਦਰ ਆਪਾਂ ਇਹਦੇ ਵਿੱਚ ਕੀ ਕਰਨ ਲੱਗੇ, ਠੀਕ ਹੈ, ਦਿਮਾਗ 'ਚ ਰੱਖਣਾ, ਠੀਕ ਹੈ ਜੀ। ਆਪਾਂ ਪਾਵਰ ਐਲੀਮੀਨੇਟ ਕਰਨੀ ਹੈ ਤੇ ਪਾਵਰ ਸੋਲਵ ਕਰਨ ਦਾ ਆਪਣੇ ਕੋਲ ਕੀ ਮੈਥਡ ਹੁੰਦਾ ਜੀ? Binomial theorem. ਬਾਇਨੋਮੀਅਲ ਥਿਓਰਮ। ਆਪਾਂ ਜੇ ਪੁੱਤ ਇਥੋਂ ਪਾਵਰ ਦੀ ਐਸ ਸੱਚ ਸਿੰਪਲੀਫਿਕੇਸ਼ਨ ਕਰਨੀ ਤਾਂ ਸਭ ਤੋਂ ਈਜ਼ੀਐਸਟ ਮੈਥਡ ਇਹ ਹੋਏਗਾ ਕਿ ਉੱਤੇ ਚੈੱਕ ਕਰੋ ਬਾਇਨੋਮੀਅਲ ਥਿਓਰਮ ਲੱਗ ਸਕਦੀ। ਔਰ ਬਾਇਨੋਮੀਅਲ ਥਿਓਰਮ ਦੀ ਫਾਰਮੇਸ਼ਨ ਕੀ ਸੀਗੀ ਆਪਣੇ ਕੋਲ, ਉਹਨੂੰ ਪਹਿਲਾਂ ਚੈੱਕ ਕਰਾਂਗੇ। ਬਾਇਨੋਮੀਅਲ ਥਿਓਰਮ ਦੇ ਅਕੋਰਡਿੰਗ ਸੀਗਾ 1 + x ਪਾਵਰ n ਹੋਏ, ਕੀ ਲਿਖ ਸਕਦੇ ਆਪਾਂ ਇਹਨੂੰ? 1 + nx Plus nx. 1 + nx, पर किस कंडीशन च लिख सकते हैं आप? x1 तो छोटा है, if x should n be - 1 ਜੇ ਤੁਹਾਡੀ ਇੱਥੇ x ਦੀ ਵੈਲਿਊ 1 ਤੋਂ ਸਮਾਲਰ ਆ ਤੇ ਫਿਰ ਤੁਸੀਂ n x ਨਾਲ ਮਲਟੀਪਲਾਈ ਕਰਦੇ ਹੋ। ਹੁਣ ਆਪਣੇ ਵਾਲੀ ਟਰਮ ਤੇ ਦੇਖੋ ਕੀ ਕੰਡੀਸ਼ਨ ਬਣਦੀ, ਉਹ ਕਹਿੰਦਾ ਜੀ r ω² g ਦੀ ਵੈਲਿਊ 1/289 ਆ, that should be quite smaller than 1। ਜੇ ਮੈਂ cos ਦੀ ਮੈਕਸਿਮਮ ਵੈਲਿਊ ਵੀ ਲੈ ਲਵਾਂ, cos ਲੈਮਡਾ ਦੀ ਮੈਕਸਿਮਮ ਵੈਲਿਊ ਵੀ ਲੈ ਲਾ ਤੇ cos ਦੀ ਬੱਚੇ ਮੈਕਸਿਮਮ ਵੈਲਿਊ 1 ਆਉਂਦੀ ਆ। ਇਹਦਾ ਮਤਲਬ ਜੇ cos ਲੈਮਡਾ 1 ਵੀ ਬਣ ਜਾਵੇ ਤਾਂ ਵੀ ਇਹ ਸਾਰੀ ਟਰਮ 2/289 ਬਣੀ, which is quite lesser than 1। yes sir, yes sir ਤੇ ਆਪਣੇ ਸਟੈਪ ਦੇ ਅੰਦਰ ਇਸ ਮੂਵਮੈਂਟ ਤੇ ਆਪਾਂ ਇਹ ਆ ਲਿਖ ਸਕਦੇ ਹਾਂ as r ω² g is lesser than 1। ਤੇ ਜੇ ਟਰਮ lesser than 1 ਹੈਗੀ ਆ ਤਾਂ therefore g dash ਦਾ ਫਾਰਮੂਲਾ g into ਇਹਨੂੰ ਇੱਥੇ ਬਣਾ ਦਿਓ, ਕੀ ਬਣ ਜਾਏਗਾ g into 1 minus, ठीक है जी, n पहले लिख लो, n मेरा आ गया 1/2 into 2r ω² g into cos² लैम्डा। आटा माजो? Yes, sir. yes sir, स्टेप नोट कर लो, ठीक है जी। बाकी स्टेप नो एडजस्ट कर दो, बाकी टर्म नो अपने को फार्मूला की बन गया, कैसे लिखते हैं अपने को? फिर फार्मूला बन जाएगा g dash equal to g into 1 minus r ω² cos² लैम्डा ओवर g। 1 minus 2 ना 2 कैंसिल हो गया, बाकी सारी टर्म ऐसा सच लिख दो तो अपनी टर्म आ गई 1 minus 1 r ω² g into cos² लैम्डा। क्या इन्हीं टर्म क्लियर है? Yes, sir. yes sir, इतना समय लग गया बच्चे करन लास्ट स्टेप कंप्लीट। yes sir, yes sir ਨੈਕਸਟ ਸਟੈਪ ਦੇ ਅੰਦਰ ਆਪਣੇ ਕੋਲ ਹੁਣ ਕੀ ਆ ਜਾਏਗਾ, g ਡੈਸ਼ ਨੂੰ ਤੁਸੀਂ ਬ੍ਰੈਕਟ ਚ ਲਿਆ ਕੇ ਓਪਨ ਕਰ ਦਿਓ, therefore ਆਪਣਾ ਸਟੈਪ ਬਣ ਜਾਏਗਾ g ਡੈਸ਼ ਇਕੁਅਲ ਟੂ g ਮਾਈਨਸ r ω², ਕਿਉਂਕਿ g ਇੱਥੇ ਜਦੋਂ ਮਲਟੀਪਲਾਈ ਹੋਣਾ ਕੈਨਸਲ ਚ ਨਿਕਲ ਜਾਣਾ, g ਡੈਸ਼ ਇਕੁਅਲ ਟੂ g ਮਾਈਨਸ r ω² cos² ਲੈਮਡਾ। ਆ ਮੇਰੇ ਕੋਲ ਐਸਐਚ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦਾ ਫਾਰਮੂਲਾ ਆਏਗਾ, ਜਿਹਦੇ ਅੰਦਰ ਅਸੀਂ ਕਹਿੰਦੇ ਜੀ ਕਿਸੇ ਲੈਟੀਟਿਊਡ ਤੇ ਅਸੀਂ g ਦੀ ਵੈਲਿਊ ਕੈਲਕੂਲੇਟ ਕਰਾਂਗੇ ਔਰ ਅਰਥ ਦੀ ਰੋਟੇਸ਼ਨ ਨਾਲ ਕੰਸੀਡਰ ਕਰਾਂਗੇ। ਹੁਣ ਗੱਲ ਸਮਝੋ ਧਿਆਨ ਨਾਲ, ਫਾਰਮੂਲਾ ਆਪਣਾ ਡਰਾਈਵ ਹੋ ਗਿਆ। ਹੁਣ ਜਿਹੜੀ g ਡੈਸ਼ ਦੀ ਵੈਲਿਊ ਆਈ ਆ, ਕਿਆ ਇਹ g ਤੋਂ ਸਮਾਲ ਆ ਰਹੀ ਕਿ ਲਾਰਜ ਆ ਰਹੀ? ਉਹਦੇ ਲਈ ਫੇਰ ਤੋਂ ਚੱਲੋ ਪੁੱਤ, ਜੇ ਮੈਂ ਲੈਮਡਾ ਨੂੰ ਇੱਥੇ 0 ਵੀ ਮੰਨਾਂ ਤਾਂ ਲੈਮਡਾ 0 ਉਦੋਂ ਹੋਏਗਾ when we are on the equator। ਜੇ ਅਸੀਂ ਇਕੁਏਟਰ ਦੇ ਇਸ ਪੁਆਇੰਟ ਤੇ ਹੋਵਾਂਗੇ ਤੇ ਫਿਰ ਮੇਰਾ ਲੈਮਡਾ 0 ਆ, ਤੇ ਜੇ ਮੈਂ ਇੱਥੇ ਲੈਮਡਾ 0 ਵੀ ਭਰ ਦਵਾਂ ਤੇ cos 0 ਦੀ ਵੈਲਿਊ 1 ਬਣੀ। ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਤੁਸੀਂ ਐਸ ਸੱਚ ਜੇ ਕੱਲੇ ਆਪਾਂ ਪੁੱਤ ਦੋ ਚੀਜ਼ਾਂ ਦਾ ਕੰਬਾਈਨਡ ਇਫੈਕਟ ਲੈ ਕੇ ਚੱਲ ਰਹੇ ਇਸ ਦੇ ਅੰਦਰ, ਇੱਕ ਆਪਾਂ ਅਰਥ ਦੀ ਕਿਹੜੀ ਲੋਕੇਸ਼ਨ ਤੇ ਆ, ਵੀ ਆਰ ਔਨ ਦਾ ਇਕੁਏਟਰ ਔਰ ਵੀ ਆਰ ਐਟ ਦਾ ਪੋਲ, ਆਪਾਂ ਕਿਹੜੇ ਪੁਆਇੰਟ ਤੇ ਆ ਉਹਦੇ ਅਕੋਰਡਿੰਗਲੀ g ਦੀ ਵੈਲਿਊ ਵੇਰੀ ਕਰਦੀ। ਔਰ ਇਹ ਇਕੁਏਟਰ ਤੇ ਪੋਲ ਵਾਲੇ ਕਨਸੈਪਟ ਨੂੰ ਅਸੀਂ ਇੱਕ ਹੋਰ ਫੈਕਟਰ ਨਾਲ ਡਿਸਕਸ ਕਰਦੇ ਆ, ਇਫੈਕਟ ਆਫ ਸ਼ੇਪ ਆਫ ਅਰਥ। ਅਸੀਂ ਕਹਿੰਦੇ ਅਰਥ ਦੀ ਸ਼ੇਪ ਦੇ ਅਕੋਰਡਿੰਗਲੀ ਅਸੀਂ ਸੇਮ ਫੈਕਟਰ ਸਟੱਡੀ ਕਰਾਂਗੇ, ਉਹਦੀ ਗੱਲ ਅੱਗੇ ਜਾ ਕੇ ਹੁਣੇ ਜੋੜਾਂਗਾ। ਜੇ ਮੈਂ ਅਰਥ ਦੀ ਰੋਟੇਸ਼ਨ ਲੈ ਕੇ ਚੱਲ ਰਿਹਾ ਤੇ ਅਰਥ ਰੋਟੇਟ ਕਰਦੀ ਵਿਦ ਸਰਟਨ ਐਂਗੂਲਰ ਵੈਲੋਸਿਟੀ, ਇਹਦਾ ਮਤਲਬ ω² ਦੀ ਇੱਕ ਫਾਈਨਾਈਟ ਵੈਲਿਊ ਆ, ਤੇ ਜੇ ω ਦੀ ਵੈਲਿਊ ਫਾਈਨਾਈਟ ਆ ਤੇ ਓਵਰਆਲ ਆ ਸਾਰੀ ਟਰਮ ਦੀ ਕੁਝ ਨਾ ਕੁਝ ਫਾਈਨਾਈਟ ਵੈਲਿਊ ਬਣੂਗੀ। yes sir, ਤੇ ਜੇ ਸਾਰੀ ਚੀਜ਼ ਦੀ ਕੁਝ ਨਾ ਕੁਝ ਮੇਰੇ ਕੋਲ ਵੈਲਿਊ ਬਣਨੀ ਆ ਤੇ ਇਹਦਾ ਮੈਂ 9.8 ਦੇ ਵਿੱਚੋਂ ਕੁਝ ਨਾ ਕੁਝ ਤੇ ਮਾਈਨਸ ਹੋਏਗਾ ਹੀ ਨਾ। yes sir, yes sir, 9.8 ਦੇ ਵਿੱਚੋਂ ਮੈਂ ਕੁਝ ਵੀ ਮਾਈਨਸ ਕਰਾਂ ਤਾਂ ਰਿਜ਼ਲਟੈਂਟ ਵੈਲਿਊ ਜਿਹੜੀ g ਡੈਸ਼ ਦੀ ਹੋਏਗੀ ਉਹ 9.8 ਤੋਂ ਸਮਾਲਰ ਹੀ ਆਏਗੀ।
Yes, Yes. Yes, sir. मतलब अपना स्टेप की आ गया एज ओमेगा नेवर इक्वल टू 0 ओमेगा 0 नहीं ਆਪਾਂ ਲੈ ਰਹੇ अर्थ ਦੀ रोटेशन गिनदे ਪਏ ਆ ਤੇ देयरफॉर ਆਪਣੇ ਕੋਲ g ਡੈਸ਼ ਦੀ ਵੈल्यू ਜਿਹੜੀ ਹੋਏਗੀ ਇਟ ਇਜ਼ ਆਲਵੇਸ ਲੈਸਰ ਦੈਨ ਕਿਹਨਾਂ ਜੀ g यानी जिन्नी अर्थ दी एज सच बिना रोटेशन तो ਅਸੀਂ एक्सेलरेशन ड्यू टू ग्रेविटी ਦੀ ਵੈल्यू ਗਿਣਦੇ ਆ ਤੇ ਜੇ ਅਸੀਂ अर्थ ਦੀ रोटेशन ਗਿਣਾਂਗੇ ਤੇ ਉਸ ਇਨਸਟੈਂਟ ਤੇ एक्सेलरेशन ड्यू टू ग्रेविटी ਦੀ ਵੈल्यू ਹਮੇਸ਼ਾ ਸਮਾਲਰ ਆਏਗੀ क्या आ फैक्टर क्लियर Yes, sir. Yes, sir. इतना समय लग गया इन्ने च कोई Yes, डाउट sir. जल्दी जल्दी बोलूंगे मैंने क्लियर बच्चे Yes, sir. Yes, sir. चल ਇਹਦੇ ਵਿੱਚ ਆਪਾਂ ਦੋ ਸਬ ਕੇ ਹੋਰ ਬਣਾ ਦਿੰਨੇ ਠੀਕ ਹੈ ਜਿਹੜੀ ਗੱਲ ਹੁਣੀ ਕਰਦਾ ਹਟਿਆ ਤੁਹਾਡਾ ਆਹੀ ਵਾਲਾ ਕੇਸ ਲੈਣ ਲੱਗੇ ਜੇ ਆਪਾਂ ਇਕੁਏਟਰ ਤੇ ਆ ਜਾਈਏ ਠੀਕ ਹੈ ਐਟ ਇਕੁਏਟਰ ਇੱਕ ਕੇਸ ਤਾਂ ਤੁਹਾਡੇ ਕੋਲ ਆ ਬਣ ਜਾਏਗਾ ਇਹਦਾ ਸੈਕਿੰਡ ਕੇਸ ਤੇ ਆਪਣੇ ਕੋਲ ਆ ਜਾਣਾ ਐਟ ਇਕੁਏਟਰ ਜੇ ਆਪਾਂ ਇਕੁਏਟਰ ਤੇ ਹੋਵਾਂਗੇ ਤਾਂ ਇਕੁਏਟਰ ਵਾਲੀ ਪੋਜੀਸ਼ਨ ਤੇ ਆਪਣਾ ਜਿਹੜਾ ਐਂਗਲ ਆ ਇਹ ਰਿਡਿਊਸ ਕਰਕੇ 0 ਹੋ ਜੂ Yes, sir. Yes, sir. Yes. yes, sir. लैम्डा ਦੀ ਵੈਲਿਊ 0 ਤੇ ਜੇ ਲੈਮਡਾ ਦੀ ਵੈਲਿਊ 0 ਤੇ देयरफॉर ਆਪਣੇ ਕੋਲ g ਡੈਸ਼ ਦਾ ਫਾਰਮੂਲਾ g r ਓਮੇਗਾ ਸਕੁਅਰ cos ਸਕੁਅਰ 0 ਡਿਗਰੀ ਤੇ cos 0 ਆਪਣਾ 1 ਆ ਜਾਣਾ ਇਹਮਲ g ਡੈਸ਼ ਦੀ ਵੈਲਿਊ ਇਕੁਏਟਰ ਦੇ ਉੱਤੇ ਇਹਦਾ ਲਿਖਦੇ ਨੇ ਇਹਨੂੰ ge ਸਿੰਬਲ ਪਾਣ ਲੱਗਿਆ ਸਿਰਫ ਇਕੁਏਟਰ ਵਾਸਤੇ ਇਹਮਲ ge ਦੀ ਵੈਲਿਊ g r ਓਮੇਗਾ ਸਕੁਅਰ ਇਹਦਾ ਮਤਲਬ ਜਿਹੜੀ ਮੇਰੀ ਵੈਲਿਊ ਐਸ ਸੱਚ ਕਹਿੰਦਾ ਜੀ ਚੇਂਜ ਹੋ ਕੇ ਆਏਗੀ ਜਿਹੜੀ ਜੇ ਮੈਂ ਇਕੁਏਟਰ ਤੇ ਪੋਲ ਦੇ ਵਿੱਚ ਇਕੁਏਟਰ ਤੇ ਕਿਸੇ ਵੀ ਪਲੇਸ ਦੇ ਉੱਤੇ ਆਪਾਂ ਵੈਲਿਊ ਦੇ ਵਿੱਚ ਡਿਫਰੈਂਸ ਲੈਣਾ ਤੇ ਇਹਨਾਂ ਦੋ ਵੈਲਿਊ ਦਾ ਡਿਫਰੈਂਸ ਜਿਹੜਾ ਹੋਏਗਾ g ge ਉਹ ਮੇਰਾ r ਓਮੇਗਾ ਸਕੁਅਰ ਆ ਜਾਊ ਕੀ ਕਲੀਅਰ ਆ Yes, sir. Yes. ਇਹਨੂੰ ਵੀ ਕੰਟੀਨਿਊ ਕਰ ਰਿਹਾ ਇਹਦੇ ਵਿੱਚ ਆਪਾਂ ਸੈਕਿੰਡ ਕੇਸ ਬਣਾਉਣ ਲੱਗੇ ਠੀਕ ਹੈ ਜੀ ਨੈਕਸਟ ਨਾਲ ਦਾ ਬਣ ਜਾਏਗਾ ਐਟ ਪੋਲ ਯਾਨੀ ਜੇ ਆਪਾਂ ਇਕੁਏਟਰ ਦੀ ਥਾਂ ਤੇ ਪੋਲਸ ਤੇ ਹੋਵਾਂਗੇ ਤੇ ਲੈਮਡਾ ਕੀ ਬਣ ਜੂ 90 degree. 90. 90 degree. ਜੇ P ਪੁਆਇੰਟ ਇੱਥੇ ਨਾ ਹੋ ਕੇ ਪੋਲ ਦੇ ਇਸ ਪੁਆਇੰਟ ਦੇ ਉੱਤੇ ਆ ਜਾਏ ਤੇ ਆਪਣਾ ਕੋਲ ਤੇ ਲੈਮਡਾ ਉਸ ਮੂਮੈਂਟ ਤੇ 90 ਆ ਜਾਣਾ ਤੇ ਜੇ ਲੈਮਡਾ 90 ਆ ਤੇ ਫਿਰ ਆਪਣਾ g ਡੈਸ਼ ਦਾ ਫਾਰਮੂਲਾ g r ਓਮੇਗਾ ਸਕੁਅਰ cos ਸਕੁਅਰ 90 ਤੇ cos 90 0 ਹੁੰਦਾ ਤੇ ਇਹਦੇ 0 ਕਰਕੇ ਸਾਰੀ ਟਰਮ 0 ਇਹਦਾ ਮਤਲਬ ਜੇ ਅਸੀਂ ਪੋਲ ਦੇ ਉੱਤੇ ਦੀ ਵੈਲਿਊ ਕੱਢਦੇ ਪਏ ਆ g ਦੀ ਵੈਲਿਊ ਔਨ ਪੋਲ ਕੈਲਕੂਲੇਟ ਕਰਾਂ ਤੇ ਪੋਲ ਦੇ ਉੱਤੇ g ਦੀ ਵੈਲਿਊ ਮੇਰੀ g ਦੇ ਬਰਾਬਰ ਆ ਜੂ Yes. Yes, sir. Yes, sir. एक्सेलरेशन ड्यू टू ग्रेविटी ਦੀ ਵੈਲਿਊ ਮੈਕਸਿਮਮ ਆਂਦੀ ਆ ਔਨ ਪੋਲ ਤੇ ਜਦੋਂ ਅਸੀਂ ਪੋਲ ਤੋਂ ਇਕੁਏਟਰ ਵੱਲ ਨੂੰ ਸ਼ਿਫਟ ਹੁੰਦੇ ਲੈਮਡਾ ਦੀ ਵੈਲਿਊ ਡਿਕਰੀਜ਼ ਕਰੇਗੀ ਲੈਮਡਾ ਦੀ ਵੈਲਿਊ ਦੇ ਡਿਕਰੀਜ਼ ਕਰਨ ਕਰਕੇ ਠੀਕ ਹੈ ਜੀ ਮੇਰੇ ਕੋਲ ਨਾਲੋਂ ਨਾਲ g ਦੀ ਵੈਲਿਊ ਜਿਹੜੀ ਉਹ ਡਿਕਰੀਜ਼ ਕਰਦੀ ਇਹਦਾ ਮਤਲਬ ਜੇ ਪੋਲ ਤੇ ਇਕੁਏਟਰ ਦੇ ਵਿੱਚ g ਦਾ ਫਰਕ ਦੇਖੀਏ ਕਿ ਆਹ ਚੀਜ਼ ਕਰਨਾ ਪਿਆ ਆ ਜੇ ਮੈਂ ਲੈ ਕੇ ਚੱਲਾਂ g ਦੀ ਵੈਲਿਊ ਤੇ ਅਸੀਂ ਕਿਸੇ ਪੁੱਤ ਪੋਲ ਦੇ ਉੱਤੇ gp g ਦੇ ਬਰਾਬਰ ਆ ਯਾਨੀ ਜੇ ਮੈਂ ਪੋਲ ਦੀ ਵੈਲਿਊ ਮੰਨਾਂ ਪੋਲ ਤੇ g ਦੀ ਵੈਲਿਊ ਤੇ ਇਕੁਏਟਰ ਤੇ g ਦੀ ਵੈਲਿਊ ਦਾ ਜਿਹੜਾ ਡਿਫਰੈਂਸ ਹੋਏਗਾ ਉਹ r ਓਮੇਗਾ ਸਕੁਅਰ ਆ ਜੂ ਕੀ ਇੰਨੀ ਗੱਲ ਸਮਝ ਲੱਗੀ Yes, sir. Sir, repeat कर दो. ਆਪਾਂ ਇਹ ਕਿਹਾ ਕਿ ਜਿਹੜੀ ਅਸੀਂ ਪੋਲ ਤੇ ਵੈਲਿਊ ਕੱਢੀ ਆ ਉਹ g ਆ ਇਹ 9.8 ਆ ਇਕੁਏਟਰ ਤੇ ਵੈਲਿਊ 9.8 ge ਕਰਕੇ ਆਈ ਆ है ना ਇਹਦਾ ਮਤਲਬ ਪੋਲ ਦਾ ਤੇ ਇਕੁਏਟਰ ਦੇ ਅੰਦਰ ਕੋਈ ਨੂਮੈਰੀਕਲ ਇਦਾਂ ਬਣਾ ਦੇ what would be the percentage change in weight of the body when the body is to be taken from equator to pole ਜੇ ਮੈਂ ਬਾਡੀ ਨੂੰ ਇਕੁਏਟਰ ਤੋਂ ਪੋਲ ਤੇ ਲੈ ਕੇ ਜਾਵਾਂ ਦੱਸੋ ਜੀ ਕਿੰਨੇ ਪਰਸੈਂਟ weight ਦੇ ਵਿੱਚ ਚੇਂਜ ਆਂਦੀ ਇਨਕਰੀਜ਼ ਕਿੰਨੀ ਆਈ ਕਿਉਂਕਿ ਪੋਲ ਤੋਂ ਇਕੁਏਟਰ ਤੋਂ ਪੋਲ ਵੱਲ ਜਾਂਦੇ g ਵੱਧਦਾ ਵਾ ਤੇ ਜੇ g ਵੱਧ ਰਿਹਾ ਬੇਟਾ ਤੇ ਬਾਡੀ ਦਾ weight ਵੀ ਵਧੂ Yes, sir. Yes, sir. ਲੱਗਦੀ ਪਈ ਇਹ ਮਤਲਬ ਜਦੋਂ ਮੈਂ ਇਕੁਏਟਰ ਤੋਂ ਪੋਲ ਤੇ ਜਾਊਂਗਾ ਤੇ weight ਵੱਧ ਜਾਣਾ ਤੇ ਜੇ weight ਵੱਧ ਗਿਆ ਮੈਨੂੰ ਨੇ ਕੁਐਸਚਨ ਇਹ ਬਣਾਤਾ what would be the percentage increase in weight ਦੇ ਵਿੱਚ ਦੱਸੋ ਜੀ ਕਿੰਨੇ ਪਰਸੈਂਟ ਚੇਂਜ ਆਈ ਤੇ ਜੇ ਅਸੀਂ weight ਦੀ ਚੇਂਜ ਕੱਢਣੀ ਆ ਤੇ ਅਸੀਂ ਕਿਹਾ ਸੀ ਕਿ percentage change in weight ਕੱਢਣੀ ਹੋਵੇ ਇੱਕ ਤੇ ਆਹ ਫਾਰਮੂਲਾ ਲਿਖ ਕੇ ਰੱਖ ਲਓ ਕਿ gp ਤੇ ge ਦਾ ਡਿਫਰੈਂਸ
जीपी ਦੀ ਵੈਲਿਊ g ਆ ਮਾਈਨਸ ਕਿਹਨੂੰ ਕਰਾਉਣ ਲੱਗਿਆ ਜਿਹੜੀ ਵੈਲਿਊ ਮੇਰੀ ge ਆ ਤੇ ge ਦੀ ਵੈਲਿਊ ਮੇਰੀ g r ਓਮੇਗਾ ਸਕੁਅਰ ਆ ਤੇ ਜੇ ਮੈਨੂੰ ਸੋਲਵ ਕਰਾ ਆ g ਕੱਟ ਕੇ ਮੇਰਾ gp ge ਇਹਦੀ ਵੈਲਿਊ r ਓਮੇਗਾ ਸਕੁਅਰ ਆ ਜਾਊ। Yes, sir. Yes, sir. Yes, sir. ਆਪਾਂ ਲਿਖਿਆ ਇਹ ਮੇਰੇ ਕੋਲ ਐਸ ਸੱਚ ਕੀ ਚੀਜ਼ ਆਈ ਆ ਇਹ ਮੇਰੇ ਕੋਲ ਪੋਲ ਤੇ ਇਕੁਏਟਰ ਦੇ ਅੰਦਰ ਚੇਂਜ ਇਨ weight ਆਇਆ ਚੇਂਜ ਇਨ g ਆਇਆ ਤੇ ਪੁੱਤ ਜਿੰਨਾ ਮੇਰੇ ਕੋਲ ਚੇਂਜ ਇਨ g ਹੋਏਗਾ ਉਹੀ ਮੇਰਾ ਚੇਂਜ ਇਨ weight ਵੀ ਹੋਏਗਾ। ਗੱਲ ਸਮਝ ਲੱਗੀ? Yes, sir. Yes, sir. ਜੇ ਮੈਂ ਇੱਥੇ ਐਸ ਸੱਚ weight ਦੀ ਚੇਂਜ ਲਿਖਣੀ ਹੋਵੇ ਨਾ ਤੇ ਮੈਂ weight ਵਾਸਤੇ ਕੀ ਕਰੂੰਗਾ ਦੋਨੋਂ ਸਾਈਡਸ ਤੇ m ਨਾਲ ਮਲਟੀਪਲਾਈ ਕਰ ਦਿਓ। ਇਹਦਾ ਮਤਲਬ ਆ ਮੇਰੇ ਐਸ ਐਚ ਕਹਿੰਦਾ ਜੀ weight ਦੀ ਚੇਂਜ ਆ ਗਈ ਪੋਲ ਤੇ ਇਕੁਏਟਰ ਦੇ ਅੰਦਰ ਤੇ ਜੇ ਪਰਸੈਂਟੇਜ ਚੇਂਜ ਕੱਢਣੀ ਹੋਵੇ ਤੇ ਪਰਸੈਂਟੇਜ ਚੇਂਜ ਕਿਹਨੂੰ ਕਹਿੰਦੇ ਚੇਂਜ ਇਨ ਵੈਲਿਊ ਓਵਰ ओरिजिनल ਵੈਲਿਊ ਇਹਦਾ ਮਤਲਬ gp ਮਾਈਨਸ ge ਓਵਰ gp ਠੀਕ ਹੈ gp ਮਾਈਨਸ ge ਚੇਂਜ ਇਨ ਵੈਲਿਊ ਓਵਰ ओरिजिनल ਵੈਲਿਊ ਆਪਣੇ ਕੋਲ gp ਜਿਹੜੀ ਪੋਲ ਤੇ ਹੋਏਗੀ ਇਨਟੂ 100% ਕਰ ਦਵਾਂ ਇਦਾਂ ਹੀ ਇਧਰ ਵੀ ਜੇ ਇਧਰ ਮੈਂ g ਨਾਲ ਡਿਵਾਈਡ ਕੀਤਾ ਤੇ ਇਧਰ ਵੀ g ਨਾਲ ਡਿਵਾਈਡ ਕਰ ਲਓ ਇਧਰ ਟਰਮ ਬਣ ਗਈ r ਓਮੇਗਾ ਸਕੁਅਰ ਬਾਈ g ਇਨਟੂ 100%। ਕੀ ਗੱਲ ਸਮਝ ਆ ਰਹੀ ਜੋ ਦੱਸਦਾ ਪਿਆ? ਸਰ ਉੱਪਰ m ਆਪਾਂ weight ਲਿੱਤਾ अब ਆਪਾਂ ਜੇ ਐਸਾ ਚੇ ਕਵੇ ਆਪਾਂ ਨੂੰ ਕੁਐਸਚਨ ਦੇ ਅੰਦਰ ਇਹ ਕਿਹਾ ਜਾਵੇ ਕਿ ਵੀ weight ਦੇ ਵਿੱਚ ਚੇਂਜ ਦੱਸੋ ਕਿੰਨੀ ਆਈ ਹੈ ਤੇ ਫਿਰ ਆਪਾਂ m ਨਾਲ ਚੇਂਜ ਕੱਢਾਂਗੇ ਕਿਉਂਕਿ weight mg ਹੁੰਦਾ ਨਾ। ਹਾਂਜੀ ਸਰ ਇਹ ਨਾਲ weight ਦੀ ਚੇਂਜ ਆ ਵਾਲੀ ਆ ਗਈ ਤੇ ਜੇ ਪਰਸੈਂਟੇਜ ਚੇਂਜ ਇਨ g ਕਵੇ ਜਾਂ ਪਰਸੈਂਟੇਜ ਚੇਂਜ ਇਨ weight ਕਵੇ ਫਿਰ ਪਰਸੈਂਟੇਜ ਵਾਸਤੇ ਆਪਾਂ ਕੀ ਕਰੀਦਾ ਚੇਂਜ ਇਨ ਵੈਲਿਊ ਓਵਰ ओरिजिनल ਵੈਲਿਊ ਇਨਟੂ 100%। ਇਹ ਨਾਲ gp ਮਾਈਨਸ ge ਨੂੰ ਜੇ ਮੈਂ gp ਨਾਲ ਡਿਵਾਈਡ ਕੀਤਾ ਤੇ ਦੂਜੇ ਪਾਸੇ ਵੀ g ਨਾਲ ਡਿਵਾਈਡ ਕਰੂੰਗਾ ਠੀਕ ਹੈ ਤੇ ਆਪਾਂ ਉੱਪਰ ਦੱਸ ਕੇ gp ਦੀ ਵੈਲਿਊ g ਆ ਇਧਰ ਇਸ ਲਈ ਮੈਂ ਜੇ gp ਲਾਇਆ ਇਧਰ gp ਲਗਾਉਣ ਦੀ ਥਾਂ ਤੇ ਮੈਂ g ਲਗਾਉਣਾ ਪਿਆ ਯਾਨੀ ਆ ਮੇਰੀ ਪਰਸੈਂਟੇਜ ਚੇਂਜ ਆ ਜੋ ਲਿਖਿਆ ਇਹਨੂੰ ਅਸੀਂ ਨਾਮ ਦੇਣਾ ਹੋਵੇ ਤਾਂ we can read it as the percentage change in g ਤੇ percentage change in g ਮੇਰੀ r omega square by g into 100% ਆ ਜੂਗੀ। ਕੀ ਕਲੀਅਰ ਆ? Yes, ਸਰ sir. ਜੀ g ਨੂੰ ਆਪਾਂ g ਲਿਖੀਏ ਤੇ g ਸਾਹਮਣੇ ਸਾਹਮਣੇ ਕੱਟ ਨਹੀਂ ਜਾਊਗੇ? ਲੜੇ ਆਪਾਂ ਪੁੱਤ 1 ਹੀ ਤਾਂ ਬਣਾਇਆ ਨਾ ਬੱਚੇ ਇਧਰੋਂ ਤੇ ਇਧਰ ਆਪਾਂ ਆਪਣੇ ਕੋਲੋਂ ਦੋਨੋਂ ਪਾਸੇ g ਨਾਲ ਇੰਟਰੋਡਿਊਸ ਕਰਕੇ ਅਲਟੀਮੇਟ ਤਾਂ ਆਪਾਂ 1 ਹੀ ਲਾਇਆ ਨਾ ਬੇਟਾ।